ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ सन 1534 ਚ ਹੋਇਆ। ਪਿਤਾ ਹਰਦਾਸ ਜੀ ਦੇ ਗ੍ਰਹਿ ਮਾਤਾ ਦਇਆ ਕੌਰ ਜੀ ਔਰ ਇਤਿਹਾਸ ਆਪ ਜੀ ਨੇ ਬਹੁਤ ਵਾਰ ਸ਼ਰਵਣ ਕੀਤਾ ਹੈ। ਬਹੁਤ ਛੋਟੀ ਉਮਰ ਭਾਈ ਜੇਠਾ ਜੀ ਦੀ ਜਦੋਂ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਬਹੁਤ ਛੋਟੀ ਉਮਰ, ਔਰ ਬੱਚੇ ਦੇ ਲਈ ਮਾਤਾ ਪਿਤਾ ਦਾ ਸਹਾਰਾ ਬਹੁਤ ਵੱਡਾ ਸਹਾਰਾ ਹੁੰਦਾ ਹੈ। ਮਾਂ ਦਾ ਸਹਾਰਾ ਆਪਣੀ ਥਾਂ, ਪਿਤਾ ਦਾ ਸਹਾਰਾ ਆਪਣੀ ਥਾਂ, ਪਰ ਭਾਈ ਜੇਠੇ ਦੇ ਸਿਰ ਨਾ ਮਾਂ ਦਾ ਸਹਾਰਾ ਰਿਹਾ, ਨਾ ਪਿਤਾ ਦਾ ਸਹਾਰਾ ਰਿਹਾ। ਪਰ ਜਿਹੜੀ ਗੱਲ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਚੋਂ ਵੇਖਣੀ ਹੈ ਕਿ ਕਿੰਨੀ ਦ੍ਰਿੜਤਾ ਹੈ, ਕਿੰਨੀ ਮਜ਼ਬੂਤੀ ਹੈ, ਦੁੱਖਾਂ ਨੂੰ ਜਰਨ ਦੀ ਕਿੰਨੀ ਹਿੰਮਤ ਹੈ ਅੰਦਰ। ਜਿਹੜੀ ਗੱਲ ਬਾਣੀ ਰਾਹੀਂ ਸਾਨੂੰ ਚੜ੍ਹਦੀ ਕਲਾ ਦਾ ਇੱਕ ਸੰਦੇਸ਼ ਤੇ ਉਪਦੇਸ਼ ਮਿਲਦਾ ਹੈ। ਕਿਉਂਕਿ ਅੱਜ ਦੇ ਸੰਦਰਭ 'ਚ ਅਸੀਂ ਵੇਖੀਏ ਤੇ ਕੀ ਹੋ ਰਿਹਾ ਹੈ ਸਾਡੇ ਸਮਾਜ ਅੰਦਰ। ਛੋਟੀਆਂ-ਛੋਟੀਆਂ ਗੱਲਾਂ ਕਰਕੇ ਵੱਡੀਆਂ-ਵੱਡੀਆਂ ਘਟਨਾਵਾਂ ਵਰਤ ਰਹੀਆਂ ਨੇ। ਕਿਵੇਂ ਲੋਕ ਆਤਮ ਹੱਤਿਆ ਕਰ ਰਹੇ ਨੇ, ਅਖਬਾਰਾਂ ਭਰੀਆਂ ਹੁੰਦੀਆਂ ਹਨ। ਬੰਦਾ ਆਪ ਵੀ ਮਰ ਗਿਆ, ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨਹੀਂ ਛੱਡਿਆ, ਪਤਨੀ ਨੂੰ ਵੀ ਨਹੀਂ ਛੱਡਿਆ। ਕਾਰਨ ਕੀ ਹੈ? ਦੁੱਖਾਂ ਪਰੇਸ਼ਾਨੀਆਂ ਦੇ ਨਾਲ ਲੜਨ ਦੀ ਹਿੰਮਤ ਨਹੀਂ ਹੈ। ਐਸਾ ਨਹੀਂ ਹੈ ਕਿ ਜਿਨਨੇ ਇਹ ਕਾਰਾ ਕਰ ਦਿੱਤਾ ਸ਼ਾਇਦ ਉਸੇ ਦੇ ਜੀਵਨ ਦੇ ਵਿੱਚ ਹੀ ਪਰੇਸ਼ਾਨੀਆਂ ਤੇ ਬਾਕੀਆਂ ਦੇ ਜੀਵਨ 'ਚ ਪਰੇਸ਼ਾਨੀਆਂ ਨਾ ਹੋਣ। ਇੱਥੇ ਤੇ ਗੁਰੂ ਬਾਣੀ 'ਚ ਕਹਿੰਦੇ ਕਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਕੌਣ ਹੈ ਸੰਸਾਰ ਅੰਦਰ ਕਿਸੇ ਤੇ ਉਂਗਲ ਰੱਖ ਕੇ ਕਹਿ ਦਵੋ ਕਿ ਇਹ ਬੰਦਾ ਸੁਖੀ ਇਹਦੇ ਜੀਵਨ 'ਚ ਕੋਈ ਦੁੱਖ ਨਹੀਂ ਹੈ। ਹਾਂ, ਕਿਸੇ ਦੇ ਜੀਵਨ ਦੇ ਦੁੱਖ ਜਗ ਜ਼ਾਹਰ ਹੋ ਸਕਦੇ ਨੇ, ਕਿਸੇ ਦੇ ਜੀਵਨ ਦੇ ਦੁੱਖ ਪਰਦੇ 'ਚ ਹੋ ਸਕਦੇ ਨੇ, ਪਰ ਐਸਾ ਕੋਈ ਨਹੀਂ ਹੈ ਜਿਹਦੇ ਜੀਵਨ 'ਚ ਦੁੱਖ ਨਾ ਹੋ। ਪਰ ਗੁਰੂ ਬਾਬਾ ਜੀ ਨੇ ਇਹ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ ਹੈ ਕਿ ਬਾਲੀ ਰੋਵੈ ਨਾਹ ਪਧਾਰ ਨਾਨਕ ਦੁਖੀਆ ਸਭ ਸੰਸਾਰ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਕਿਉਂਕਿ ਜਿੰਨੀ ਦੇਰ ਤੱਕ ਨਜ਼ਰੀਆ ਬੜਾ ਸੀਮਤ ਹੋਵੇ ਨਾ, ਬੰਦਾ ਵਿਸ਼ਾਲ ਵੇਖ ਨਹੀਂ ਸਕਦਾ ਹੈ। ਪਰ ਜਿਵੇਂ ਜਿਵੇਂ ਨਜ਼ਰੀਆ ਵੱਡਾ ਹੁੰਦਾ ਜਾਵੇ ਤੇ ਫਿਰ ਬਹੁਤ ਕੁਝ ਅੱਖਾਂ ਸਾਹਮਣੇ ਆਉਂਦਾ ਹੈ, ਬਹੁਤ ਕੁਝ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹੀ ਅੱਗ। ਹੁਣ ਜਿਹੜਾ ਗੁਰੂ ਸਾਹਿਬਾਨਾਂ ਦਾ ਜੀਵਨ ਹੈ, ਇੱਕ ਤੇ ਵੇਖੋ ਸਾਨੂੰ ਗੁਰੂ ਕੀ ਬਾਣੀ ਸੇਧ ਬਖਸ਼ਦੀ ਹੈ, ਪ੍ਰੇਰਣਾ ਬਖਸ਼ਦੀ ਹੈ, ਔਰ ਰਹਿੰਦੀ ਦੁਨੀਆ ਤੱਕ ਨਾ ਕੇਵਲ ਸਾਡੇ ਸਿੱਖਾਂ ਦੇ ਲਈ ਬਲਕਿ ਸਮੁੱਚੀ ਮਨੁੱਖਤਾ ਦੇ ਲਈ, ਕਾਇਨਾਤ ਦੇ ਲਈ ਗੁਰੂ ਕੀ ਬਾਣੀ ਪ੍ਰੇਰਣਾ ਸਰੋਤ ਰਹੇਗੀ। ਔਰ ਹਮੇਸ਼ਾ ਗੁਰੂ ਕੀ ਬਾਣੀ ਮਨੁੱਖਤਾ ਨੂੰ ਉਪਦੇਸ਼ ਗਿਆਨ ਬਖਸ਼ੇਗੀ। ਤੇ ਜਿਹੜਾ ਗੁਰੂ ਸਾਹਿਬਾਨਾਂ ਦਾ ਜੀਵਨ ਹੈ ਜਾਂ ਗੁਰਸਿੱਖਾਂ ਦਾ ਜੀਵਨ ਹੈ, ਉਹ ਵੀ ਸਾਡੇ ਲਈ ਇੱਕ ਪ੍ਰੇਰਣਾ ਸਰੋਤ ਹੈ, ਸਾਡਾ ਇਤਿਹਾਸ, ਸਾਡਾ ਵਿਰਸਾ। ਕਿ ਜੀਵਨ ਉਹਨਾਂ ਦੇ ਦੁੱਖ ਉਹਨਾਂ ਦੇ ਜੀਵਨ ਦੇ ਵਿੱਚ ਵੀ ਆਏ ਨੇ, ਪਰ ਉਹ ਕਿਉਂ ਵੱਡੇ ਤੇ ਕਿਉਂ ਮਹਾਨ ਹਨ? ਕਿਉਂਕਿ ਉਹਨਾਂ ਨੇ ਦੁੱਖਾਂ ਨੂੰ ਬੜੇ ਸਹਿਜ ਦੇ ਨਾਲ ਬਰਦਾਸ਼ਤ ਕੀਤਾ ਹੈ। ਕਿੰਨਾ ਵੱਡਾ ਦੁੱਖ ਹੈ, 6-7 ਸਾਲਾਂ ਦੀ ਉਮਰ, ਨਾ ਮਾਂ ਦਾ ਸਾਇਆ ਸਿਰ ਤੇ ਰਿਹਾ, ਨਾ ਪਿਓ ਦਾ ਸਾਇਆ ਸਿਰ ਤੇ ਰਿਹਾ। ਇਸੇ ਨੂੰ ਤੇ ਆਪਾਂ ਕਹਿੰਦੇ ਹਾਂ ਜੀ ਉਹਦੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਤੇ ਗੱਲ ਕੇਵਲ ਇੱਥੇ ਨਹੀਂ ਰਹਿੰਦੀ ਹੈ, ਫਿਰ ਮਾਂ ਪਿਓ ਨਹੀਂ ਹਨ, ਉਦੋਂ ਬਾਅਦ ਫਿਰ ਕਿੰਨੀਆਂ ਮੁਸੀਬਤਾਂ ਉਸ ਬੱਚੇ ਨੂੰ ਝੱਲਣੀਆਂ ਪੈਂਦੀਆਂ ਨੇ। ਕਿੱਥੋਂ ਖਾਣਾ, ਕਿੱਥੋਂ ਪਹਿਨਣਾ, ਕਿੱਥੋਂ ਪਰਵਰਿਸ਼ ਹੋਣੀ ਹੈ, ਹੋਰ ਸੁੱਖ ਸਹੂਲਤਾਂ ਕਿੱਥੋਂ ਮਿਲਣੀਆਂ ਨੇ। ਕਿਉਂਕਿ ਹਰ ਬੰਦਾ, ਉਹ ਤੇ ਸਮਾਂ ਵੀ ਐਸਾ ਸੀ ਜਦੋਂ ਬਹੁਤ ਗਰੀਬੀ ਦਾ ਦੌਰ ਸੀ, ਬੰਦਾ ਆਪਣਾ ਹੀ ਪਰਿਵਾਰ ਮਸਾਂ ਪਾਲਦਾ ਸੀ, ਕਿਸੇ ਦੂਜੇ ਦੇ ਬੱਚੇ ਨੂੰ ਕਿੱਥੇ ਪਾਲਿਆ ਜਾਂਦਾ। ਅੱਜ ਦੇ ਸਮੇਂ ਦੇ ਵਿੱਚ ਵੀ ਭਾਵੇਂ ਬਹੁਤ ਕੁਝ ਹੋ ਚੁੱਕਿਆ ਹੈ, ਪਰ ਅੰਦਰੋਂ ਅੱਜ ਵੀ ਬੰਦਾ ਬੜਾ ਛੋਟਾ ਹੈ। ਪਰ ਭਾਈ ਜੇਠਾ ਜਦੋਂ ਯਤੀਮ ਹੋ ਗਿਆ, ਬੇਸ਼ੱਕ ਤਾਏ ਚਾਚੇ ਹੋਰ ਸ਼ਰੀਕਾ ਬਰਾਦਰੀ ਉੱਥੇ ਮੌਜੂਦ ਸੀ,
ਪਰ ਕਿਸੇ ਨੇ ਜੇਠੇ ਨੂੰ ਸਹਾਰਾ ਨਹੀਂ ਦਿੱਤਾ। ਧੰਨ ਭਾਈ ਜੇਠਾ ਅਡੋਲ ਰਹੇ ਹਨ, ਦ੍ਰਿੜ ਰਹੇ ਹਨ। ਦੁੱਖਾਂ ਦਾ ਪਹਾੜ ਸਿਰ ਤੇ ਟੁੱਟਿਆ ਪਰ ਫਿਰ ਵੀ ਡੋਲੇ ਨਹੀਂ ਹਨ, ਘਬਰਾਏ ਨਹੀਂ ਹਨ। ਬੇਸ਼ੱਕ ਸਾਰੇ ਸਾਥ ਛੱਡ ਗਏ। ਹਜੂਰ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੈ ਵਿਪਤ ਭਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ। ਤੇ ਇਹ ਮਿਸਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਚੋਂ ਮਿਲਦੀ ਹੈ। ਜਿਸ ਦਿਨ ਅਨਾਥ ਹੋਏ ਨੇ ਉਦਣ ਸਾਰਿਆਂ ਨੇ ਮੂੰਹ ਪਰੇ ਨੂੰ ਕਰ ਲਿਆ ਕਿ ਜੇਠਾ ਸਾਡਾ ਕੁਝ ਨਹੀਂ ਲੱਗਦਾ, ਕੁਝ ਨਹੀਂ ਲੱਗਦਾ ਸਾਡਾ ਜੇਠਾ। ਪਰ ਜਿਸ ਦਿਨ ਗੁਰੂ ਅਮਰਦਾਸ ਦੇ ਘਰੋਂ ਵਡਿਆਈ ਤੇ ਮਾਣ ਮਿਲਣਾ ਸ਼ੁਰੂ ਹੋ ਗਿਆ ਤੇ ਗੁਰੂ ਅਮਰਦਾਸ ਦੇ ਘਰ ਦੀਆਂ ਬਖਸ਼ਿਸ਼ਾਂ ਜੇਠੇ ਦੀ ਝੋਲੀ 'ਚ ਪੈਣੀਆਂ ਸ਼ੁਰੂ ਹੋ ਗਈਆਂ, ਜਾਂ ਜੇਠਾ ਗੁਰੂ ਰਾਮਦਾਸ ਬਣ ਗਿਆ, ਉਦਣ ਸਾਰਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਜੇਠਾ ਤੇ ਸਾਡਾ ਆਪਣਾ ਹੀ ਪੁੱਤ ਹੈ, ਜੇਠਾ ਤੇ ਸਾਡਾ ਆਪਣਾ ਹੀ ਬੱਚਾ ਹੈ, ਜੇਠਾ ਤੇ ਸਾਡੀ ਬਰਾਦਰੀ 'ਚੋਂ ਹੈ। ਹੁਣ ਵੇਖੋ ਦੁਨੀਆ ਦਾ ਨਜ਼ਰੀਆ ਬਦਲਦਾ ਕਿਵੇਂ ਹੈ। ਜਿਹੜੀਆਂ ਸਾਡੀਆਂ ਕਹਾਵਤਾਂ ਵੀ ਜਿਹੜੀਆਂ ਬਣੀਆਂ ਨੇ, ਅਖਾਣ ਬਣੇ ਨੇ ਸਾਡੇ ਪੁਰਾਣੇ ਬਜ਼ੁਰਗਾਂ ਨੇ, ਉਹ ਨਿਚੋੜ ਕੱਢ ਕੇ ਸਮਾਜ ਦੇ ਸਾਹਮਣੇ ਰੱਖੇ ਹਨ। ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਜੇ ਬੰਦਾ ਗਰੀਬ ਹੈ ਤੇ ਉਹਨੂੰ ਕੋਈ ਸਹਾਰਾ ਨਹੀਂ ਦਿੰਦਾ, ਤੇ ਜੇ ਉਹੀ ਬੰਦਾ ਕਿਸੇ ਰੁਤਬੇ ਤੇ ਪਹੁੰਚ ਗਿਆ ਹੈ ਤੇ ਫਿਰ ਸਾਰੇ ਉਹਦੇ ਪਿੱਛੇ ਪਿੱਛੇ ਫਿਰਦੇ ਨੇ। सब होते हैं अपने जब जर पास होता है। जे चार टके कोल होण ना फिर सारे ही अपने हैं। बाणी च गुरु साहब जी का एक जगह ते प्रमाण है, कहते आत होए तां मुगध सियाणा। आत का मतलब है धन, आर्थिक तौर ते जे बंदा ऐन चंगा मजबूत दृढ़ है ते जिहदे पल्ले दाणे ਉਹਦੇ कमले भी सियाणे, ਉਹਦੇ ਤੇ कमले भी सियाणे ने। ਜਿਹਦੇ ਕੋਲ 4 ਟਕੇ ਨੇ ਉਹ ਕਮਲੀਆਂ ਵੀ ਮਾਰੇ ਤੇ ਲੋਕ ਸਲਾਈ ਜਾਂਦੇ ਨੇ, ਤੇ ਗਰੀਬ ਬੰਦਾ ਜਿੰਨੀ ਮਰਜ਼ੀ ਸਿਆਣੀ ਗੱਲ ਕਰੇ ਲੋਕ ਫਿਰ ਵੀ ਸੁਣਦੇ ਕੋਈ ਨਹੀਂ ਹਨ। सब होते हैं अपने जब जर पास होता है टूट जाता है वो रिश्ता गरीबी में जो बड़ा खास होता है। गरीबी च खास तो खास रिश्ते भी टुटते हैं ते असी अपने जीवन अंदर ये सारा कुछ अक्सर हंडाया ते वेख्या। बिरध नानी बासर के नगर विखे रहिंदी है, क्योंकि भाई जेठे दे नानके ने बासर के, और ये बासर के नगर वो है जिस नगर विखे धन गुरु अमरदास साहब सच्चे पातशाह जी का पावन प्रकाश होया। गुरु अंगद देव महाराज जी की चरण शरण दे विच आउण तो पहला जिंदगी दे करीबन 62 वरे धन गुरु अमरदास महाराज सच्चे पातशाह जी ने इसे नगर विखे बतीत कीते ने, बासर के विखे। नानी अपने दोते जेठे नूं लाहौर तो बासर के लै आई है। हुण बासर के नगर विखे भाई जेठा जी का बचपन का अगला समा करीबन 4-5 वरे उन्होंने बासर के नगर विखे ही बतीत कीते हैं। नानी भी बहुत बजुर्ग है ते गरीब है। वो फिर इतिहासक स्रोत जो सानू दसदे ने कि बचपन दे विच ही भाई जेठे ने घुंगणियां वेचण दी किरत आरंभ कर लई है, घुंगणियां वेचण दी। और माँ नानी घुंगणियां उबाल के चने उबाल के देंदी है, भाई जेठे ने वेचने ते कोई जेड़ा 1-2 पैसे का प्रॉफिट होना ਉਹਦੇ ਨਾਲ ਫਿਰ ਆਪਣੇ ਘਰ ਦਾ ਨਾਨੀ ਦਾ ਆਪਣਾ ਗੁਜ਼ਾਰਾ ਚਲਾਉਣਾ। ਤੇ ਇਦਾਂ ਫਿਰ ਸਹਿਜੇ ਸਹਿਜੇ ਸਮਾਂ ਅੱਗੇ ਚੱਲਣਾ ਸ਼ੁਰੂ ਹੋਇਆ। ਤੇ ਵੇਖੋ ਭਾਈ ਜੇਠਾ ਜੀ ਕਿੰਨੇ ਵੱਡੇ ਹਿਰਦੇ ਵਾਲੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਇਤਿਹਾਸ 'ਚ ਇੱਕ ਬੜੀ ਪਿਆਰੀ ਘਟਨਾ ਹੈ ਕਿ ਇੱਕ ਦਿਨ ਨਾਨੀ ਨੇ ਚਣੇ ਉਬਾਲ ਕੇ ਦਿੱਤੇ ਵੇਚਣ ਦੇ ਲਈ ਘੁੰਗਣੀਆਂ, ਤੇ ਜਦੋਂ ਜੇਠਾ ਲੈ ਕੇ ਗਿਆ ਬਾਹਰ ਵੇਚਣ ਦੇ ਲਈ ਤੇ ਅੱਗੇ ਇੱਕ ਗਰੀਬ, ਇੱਕ ਲੋੜਵੰਦ, ਕੋਈ ਭੁੱਖਾ ਵਿਅਕਤੀ ਉਹ ਮਿਲ ਪਿਆ। ਉਹਨੇ ਜੇਠੇ ਅੱਗੇ ਬੇਨਤੀ ਕੀਤੀ, ਬੜੀ ਭੁੱਖ ਲੱਗੀ ਆ, ਖਾਣ ਦੇ ਲਈ ਕੁਝ ਘੁੰਗਣੀਆਂ ਦਵੋ। ਤੇ ਛੋਟਾ ਜਿਹਾ ਭਾਈ ਜੇਠਾ ਤੇ ਉਹ ਆਪਣੇ ਹੱਥ ਦੇ ਨਾਲ ਉਹਦੀ ਬੁੱਕ 'ਚ ਕੁਝ ਘੁੰਗਣੀਆਂ ਪਾ ਦਿੱਤੀਆਂ।
ਉਹਦੀ ਤ੍ਰਿਪਤੀ ਨਾ ਹੋਈ, ਉਹ ਪੂਰਾ ਰੱਜਿਆ ਨਾ। ਉਹਨੇ ਹੋਰ ਮੰਗ ਲਈਆਂ, ਜੇਠੇ ਨੇ ਹੋਰ ਦੇ ਦਿੱਤੀਆਂ। ਉਹਨੇ ਹੋਰ ਮੰਗ ਲਿਆ, ਜੇਠੇ ਨੇ ਹੋਰ ਬਖਸ਼ ਦਿੱਤਾ। ਇਹ ਵੇਖੋ ਗੁਰੂ ਦਾ ਸੁਭਾਅ ਕਿੱਡਾ ਵੱਡਾ ਹੈ। ਆਪਾਂ ਰੋਜ਼ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗਦੇ ਆ, ਗੁਰੂ ਬਖਸ਼ ਦਿੰਦੇ, ਆਪਾਂ ਫੇਰ ਮੰਗਦੇ ਆ, ਫੇਰ ਬਖਸ਼ਦੇ, ਫੇਰ ਮੰਗਦੇ ਆ। ਗੁਰੂ ਨੇ ਕਦੇ ਇਹ ਨਹੀਂ ਵੇਖਿਆ ਕਿ ਮੇਰੇ ਭੰਡਾਰਿਆਂ ਵਾਲੇ ਪਾਸੇ ਉਹ ਚੀਜ਼ਾਂ ਘਟਦੇ ਨਹੀਂ ਰਹੀਆਂ ਨੇ। ਗੁਰੂ ਨੂੰ ਤੇ ਇਹ ਹੈ ਕਿ ਜਿਹੜਾ ਅੱਗੇ ਝੋਲੀ ਅੱਡ ਕੇ ਬੈਠਾ ਉਹਦੀ ਤ੍ਰਿਪਤੀ ਹੋਣੀ ਚਾਹੀਦੀ ਹੈ। ਔਰ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਕੋਲ ਜਿੰਨੀਆਂ ਘੁੰਗਣੀਆਂ ਸਨ, ਉਹ ਸਾਰੀਆਂ ਭਾਈ ਜੇਠੇ ਨੇ ਉਹ ਲੋੜਵੰਦ ਨੂੰ ਛਕਾ ਦਿੱਤੀਆਂ, ਖਵਾ ਦਿੱਤੀਆਂ। ਆਪ ਖਾਲੀ ਟੋਕਰੀ ਲੈ ਕੇ ਘਰ ਨਾਨੀ ਦੇ ਕੋਲ ਪਰਤ ਗਏ। ਨਾਨੀ ਨੇ ਵੇਖਿਆ, ਪੁੱਤ ਜੀ ਬੜੀ ਜਲਦੀ ਵਾਪਸ ਮੁੜ ਆਏ ਹੋ, ਲੱਗਦਾ ਅੱਜ ਬੜੀ ਜਲਦੀ ਘੁੰਗਣੀਆਂ ਵਿਕ ਗਈਆਂ ਨੇ। ਤੇ ਭਾਈ ਸਾਹਿਬ ਜੇਠਾ ਕਹਿਣ ਲੱਗੇ, ਨਹੀਂ ਮਾਂ, ਅੱਜ ਘੁੰਗਣੀਆਂ ਵਿਕੀਆਂ ਨਹੀਂ ਹਨ, ਬਲਕਿ ਕੋਈ ਭੁੱਖ ਕਰਕੇ ਤੜਫ ਰਿਹਾ ਸੀ। ਮੇਰੇ ਕੋਲੋਂ ਉਹਦੀ ਭੁੱਖ ਬਰਦਾਸ਼ਤ ਨਹੀਂ ਹੋਈ, ਕਿਉਂਕਿ ਮਹਾਰਾਜ ਬਾਣੀ 'ਚ ਕਹਿੰਦੇ, ਸੋ ਕਤ ਜਾਣੈ ਪੀਰ ਪਰਾਈ, ਜਾਕੈ ਅੰਤਰ ਦਰਦ ਨਾ ਪਾਈ। ਅਸੀਂ ਕਹਿੰਦੇ ਦਰਦ ਨੂੰ ਦਰਦ ਪਛਾਣਦਾ ਹੈ। ਜਿਹਨੇ ਆਪਣੇ ਪਿੰਡੇ ਤੇ ਦਰਦ ਹੰਢਾਇਆ ਹੋਵੇ, ਉਹਨੂੰ ਪਤਾ ਹੁੰਦਾ ਦੂਜੇ ਦਾ ਦਰਦ ਕੀ ਹੈ। ਜਿਹਨੇ ਆਪਣੇ ਪਿੰਡੇ ਤੇ ਭੁੱਖ ਨੂੰ ਹੰਢਾਇਆ ਹੈ ਭਾਈ ਜੇਠੇ ਨੇ, ਉਹਨੂੰ ਪਤਾ ਹੈ ਭੁੱਖ ਦਾ ਦੁੱਖ ਕਿੱਡਾ ਵੱਡਾ ਹੈ। ਤੇ ਗੁਰੂ ਬਾਣੀ 'ਚ ਵੀ ਭੁੱਖ ਦੇ ਦੁੱਖ ਨੂੰ ਬੜਾ ਵੱਡਾ ਦੁੱਖ ਮੰਨਦੇ ਹਨ। ਦੂਜੇ ਨੰਬਰ ਦਾ ਦੁੱਖ ਗੁਰੂ ਨੇ ਬਾਣੀ 'ਚ ਭੁੱਖ ਦਾ ਹੀ ਕਿਹਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਭਾਈ ਜੇਠਾ ਕਹਿਣ ਲੱਗੇ, ਮਾਂ ਉਸ ਲੋੜਵੰਦ ਦੀ ਭੁੱਖ, ਭੁੱਖੇ ਦੀ ਭੁੱਖ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਈ। ਅੱਜ ਜਿੰਨੀਆਂ ਘੁੰਗਣੀਆਂ ਮੇਰੇ ਕੋਲ ਸਨ, ਮੈਂ ਸਾਰੀਆਂ ਉਹਨੂੰ ਛਕਾ ਦਿੱਤੀਆਂ। ਤੇ ਨਾਨੀ ਦੀਆਂ ਅੱਖਾਂ ਭਰ ਆਈਆਂ। ਵੇਖੋ ਸ਼ਖਸੀਅਤਾਂ ਦਾ ਸੁਭਾਅ ਮਿਲਦਾ ਕਿਵੇਂ ਹੈ। ਜਿਹੜੀ ਜੋਤ ਅੱਗੇ ਤੋਂ ਅੱਗੇ ਚੱਲੀ ਹੈ, ਐਵੇਂ ਇਹ ਨਹੀਂ ਕਿ ਜਿਹਨੂੰ ਮਰਜ਼ੀ ਜੋਤ ਪ੍ਰਾਪਤ ਹੋ ਗਈ ਹੈ। ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਵੇਖੋ, ਉਹ ਲੋੜਵੰਦਾਂ ਨੂੰ, ਭੁੱਖਿਆਂ ਨੂੰ ਉਹਨਾਂ ਨੇ ਵੇਖਿਆ ਸੀ। ਤੇ ਜਿਹੜੇ ਪੈਸੇ ਬਾਪੂ ਨੇ ਕਾਰੋਬਾਰ ਕਰਨ ਦੇ ਲਈ ਦਿੱਤੇ ਸਨ, ਉਹ ਲੋੜਵੰਦਾਂ ਨੂੰ ਭੋਜਨ ਛਕਾ ਦਿੱਤਾ। ਕਿਉਂ? ਕਿਉਂਕਿ ਭੁੱਖਿਆਂ ਦੀ ਭੁੱਖ ਦੇਖੀ ਨਹੀਂ ਗਈ, ਲੋੜਵੰਦਾਂ ਦਾ ਦੁੱਖ ਤੇ ਦਰਦ ਦੇਖਿਆ ਨਹੀਂ ਗਿਆ, ਤੇ ਉਹ ਲੋੜਵੰਦਾਂ ਦੀ ਲੋੜ ਉਹਨਾਂ ਨੇ ਪੂਰੀ ਕਰ ਦਿੱਤੀ। ਇਹ ਪਰਵਾਹ ਨਾ ਕੀਤੀ ਕਿ ਪਿਤਾ ਕੀ ਕਹਿਣਗੇ, ਭਾਵੇਂ ਮੂੰਹ ਤੇ ਚਪੇੜਾਂ ਵੀ ਖਾਣੀਆਂ ਪਈਆਂ, ਪਰ ਉਹਨਾਂ ਨੇ ਲੋੜਵੰਦਾਂ ਦੀ ਜਿਹੜੀ ਲੋੜ ਹੈ ਉਹਨੂੰ ਪਹਿਲਾਂ ਪੂਰਿਆ ਕੀਤਾ। ਭਾਈ ਜੇਠੇ ਨੂੰ ਪਤਾ ਸੀ ਕਿ ਜੇ ਅੱਜ ਇਹਨੂੰ ਸਾਰੀਆਂ ਘੁੰਗਣੀਆਂ ਦੇ ਕੇ ਰਜਾ ਦਿੱਤਾ ਤੇ ਸ਼ਾਮੀ ਆਪ ਭੁੱਖਿਆਂ ਸੌਣਾ ਪਵੇਗਾ, ਕਿਉਂਕਿ ਜੋ ਕਮਾਉਂਦੇ ਉਹ ਖਾਂਦੇ ਹਨ। ਪਰ ਭਾਈ ਜੇਠੇ ਨੇ ਛਕਾ ਦਿੱਤੀਆਂ। ਮਾਂ ਨੇ, ਨਾਨੀ ਨੇ ਜਦੋਂ ਸੁਣਿਆ, ਅੱਖਾਂ ਭਰ ਆਈਆਂ। ਆਪਣੇ ਦੋਤੇ ਨੂੰ ਘੁੱਟ ਕੇ ਸੀਨੇ ਦੇ ਨਾਲ, ਗਲੇ ਦੇ ਨਾਲ ਲਾਉਂਦਿਆਂ ਕਿਹਾ, ਦਾਤਿਆ, ਜੇ ਇਸ ਬੱਚੇ ਨੂੰ ਵੰਡਣ ਵਾਲਾ ਇੰਨਾ ਵੱਡਾ ਜਿਗਰਾ ਤੂੰ ਬਖਸ਼ਿਆ ਹੈ, ਤੇ ਭੰਡਾਰੇ ਵੀ ਬਖਸ਼ ਦਿੰਦਾ, ਇਹ ਬੱਚਾ ਵੰਡਦਾ ਹੀ ਰਹਿੰਦਾ ਤੇ ਦੂਜਿਆਂ ਦੀ ਭੁੱਖ ਹੀ ਮਿਟਾਉਂਦਾ ਰਹਿੰਦਾ। ਪਰ ਦਾਤਾ, ਇਹ ਕੀ ਹੈ? ਇਹ ਵਿਚਾਰਾ ਤੇ ਆਪ ਹੀ ਭੁੱਖਾ ਹੈ, ਕਿਸੇ ਦੂਜੇ ਦੀ ਭੁੱਖ ਕਿੱਦਾਂ ਮਿਟਾ ਸਕਦਾ ਹੈ? ਇਹਨੂੰ ਵੰਡਣ ਵਾਲਾ ਵੱਡਾ ਹਿਰਦਾ ਦਿੱਤਾ, ਭੰਡਾਰੇ ਵੀ ਬਖਸ਼ਣੇ ਸੀ। ਤੇ ਭਾਈ ਜੇਠਾ ਕਹਿਣ ਲੱਗੇ, ਮਾਂ, ਉਸ ਦਾਤੇ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਿਹਨੇ ਵੰਡਣ ਵਾਲਾ ਜਿਗਰਾ ਦਿੱਤਾ ਹੈ, ਉਹ ਭੰਡਾਰੇ ਵੀ ਇੱਕ ਦਿਨ ਜ਼ਰੂਰ ਬਖਸ਼ੇਗਾ। ਔਰ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਭੰਡਾਰੇ ਅਟੁੱਟ ਵਰਤ ਰਹੇ ਹਨ। ਭੰਡਾਰੇ ਤੇ ਅਕਸਰ ਲੋਕਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਪਰ ਵੰਡਣ ਵਾਲਾ ਜਿਗਰਾ ਨਹੀਂ ਮਿਲਦਾ ਹੈ। ਜਿਹੜੀ ਗੱਲ ਗੁਰੂ ਨਾਨਕ ਜੀ ਨੇ ਕੀਤੀ ਨਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਤੇ ਉੱਥੇ ਗੁਰੂ ਬਾਬਾ ਜੀ ਕਹਿੰਦੇ, ਜੇ ਨੀਅਤ ਸਾਫ਼ ਹੋਵੇ ਬੰਦਾ ਤਿਲ ਵੀ ਵੰਡ ਸਕਦਾ ਹੈ, ਤੇ ਜੇ ਨੀਅਤ ਸਾਫ਼ ਨਾ ਹੋਵੇ, ਜਿੰਨੇ ਮਰਜ਼ੀ ਭੰਡਾਰੇ ਭਰੇ ਹੋਣ, ਬੰਦਾ ਤਿਲ ਜਿੰਨਾ ਵੀ ਨਹੀਂ ਵੰਡ ਸਕਦਾ। ਉਦੋਂ ਬਾਅਦ ਭਾਈ ਜੇਠਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਗੱਦੀ ਦੀ ਦਾਤ ਧੰਨ ਗੁਰੂ ਅਮਰਦਾਸ ਸਾਹਿਬ ਨੂੰ ਬਖਸ਼ੀ। ਤੇ ਗੁਰੂ ਅਮਰਦਾਸ ਸਾਹਿਬ ਅਜੇ ਗੁਰਗੱਦੀ ਦੇ ਤਖਤ ਤੇ ਬਿਰਾਜਮਾਨ ਨਹੀਂ ਹੋਏ ਸਨ। ਉਦੋਂ ਪਹਿਲਾਂ
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹੁਕਮ ਤੇ ਗੋਇੰਦੇ ਦੀ ਬੇਨਤੀ ਤੇ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾ ਦਿੱਤਾ ਸੀ। ਨਗਰ ਦੀ ਆਰੰਭਤਾ ਹੋ ਚੁੱਕੀ ਸੀ, ਉਸਾਰੀ ਦੇ ਕਾਰਜ ਚੱਲ ਰਹੇ ਸਨ। ਹੁਣ ਜਦੋਂ ਗੁਰਗੱਦੀ ਦੇ ਤਖਤ ਤੇ ਗੁਰੂ ਅਮਰਦਾਸ ਸੁਭਾਏਮਾਨ ਹੋਏ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਤੇ ਉਹਨਾਂ ਨੇ ਖੰਡੂਰ ਸਾਹਿਬ ਦੀ ਜਗ੍ਹਾ ਤੇ ਗੋਇੰਦਵਾਲ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ, ਸਿੱਖੀ ਦਾ ਧੁਰਾ ਬਣਾਇਆ ਤੇ ਬਾਸਰਕੇ ਵਾਲਿਆਂ ਨੂੰ ਕਿਹਾ ਕਿ ਆਓ ਤੁਸੀਂ ਇੱਥੇ ਆਓ। ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਘਰ ਨਹੀਂ, ਉਹਨਾਂ ਨੂੰ ਘਰ ਦਿੱਤੇ ਜਾਣਗੇ। ਜਿਨ੍ਹਾਂ ਕੋਲ ਕਾਰੋਬਾਰ ਦੇ ਲਈ ਸਾਧਨ ਨਹੀਂ ਹਨ, ਉਹਨਾਂ ਨੂੰ ਕਾਰੋਬਾਰ ਚਲਾਉਣ ਦੇ ਲਈ ਗੁਰੂ ਘਰ ਵੱਲੋਂ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ। ਆਵੋ ਇੱਥੇ ਆਵੋ, ਸੇਵਾ ਵੀ ਕਰੋ, ਕਿਰਤ ਵੀ ਕਰੋ ਔਰ ਜੀਵਨ ਨੂੰ ਸਫਲਾ ਬਣਾਵੋ। ਤੇ ਭਾਈ ਜੇਠਾ ਵੀ ਆਪਣੀ ਨਾਨੀ ਸਮੇਤ ਗੋਇੰਦਵਾਲ ਸਾਹਿਬ ਨਗਰ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੇਵਾਵਾਂ ਉਹਨਾਂ ਨੇ ਆਰੰਭ ਦਿੱਤੀਆਂ। ਕਿਰਤ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ ਔਰ ਗੁਰੂ ਕੀ ਸੰਗਤ ਵੀ ਕਰਦੇ ਨੇ ਤੇ ਉਦਮੀ ਬਹੁਤ ਜ਼ਿਆਦਾ ਹਨ ਭਾਈ ਜੇਠਾ ਜੀ। ਹਰ ਜਗ੍ਹਾ ਤੇ ਅੱਗੇ ਹੋ ਕੇ ਸੇਵਾ ਕਰਦੇ ਨੇ ਔਰ ਗੁਰੂ ਮਹਾਰਾਜ ਜੀ ਦੀਆਂ ਬੜੀਆਂ ਖੁਸ਼ੀਆਂ ਇਹਨਾਂ ਦੀ ਝੋਲੀ 'ਚ ਪੈਂਦੀਆਂ ਨੇ ਤੇ ਸਾਰੀ ਸੰਗਤ ਵੀ ਇਹਨਾਂ ਨੂੰ ਬੜਾ ਸਲਾਹੁੰਦੀ ਹੈ। ਤੇ ਜਿਵੇਂ ਜਿਵੇਂ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਇਹਨਾਂ ਦੀ ਝੋਲੀ 'ਚ ਪੈਂਦੀਆਂ ਜਾ ਰਹੀਆਂ ਨੇ, ਤਿਵੇਂ ਤਿਵੇਂ ਅਵਸਥਾ ਵੀ ਉੱਚੀ ਹੁੰਦੀ ਜਾ ਰਹੀ ਹੈ। ਔਰ ਇਸੇ ਗੱਲ ਦਾ ਜ਼ਿਕਰ ਭੱਟ ਜੀ ਕਰਦੇ ਨੇ ਕਿ ਸਤਿਗੁਰ ਸੇਵ ਪਰਮ ਪਦ ਪਾਇਓ।